ਇਕ ਓੰਕਾਰ ਸਤਿਗੁਰ ਪ੍ਰਸਾਦੁ। ਰੀ ਜਿਹਬਾ ਕਰਉ ਸਤਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ। ਰੰਗੀਲੇ ਜਿਹਬਾ ਹਰਿ ਕੈ ਨਾਏ, ਸੋ ਰੰਗ ਰੰਗੀਲੇ ਹਰਿ ਹਰਿ ਧਿਆਏ ਰਹਾਉ। ਮਿਥਿਆ ਜਿਹਬਾ ਅਵਰੇ ਕਾਮੋ, ਨਿਰਵਾਣ ਪਦ ਇਕ ਹਰਿ ਕੋ ਨਾਮੋ। ਅਸੰਖ ਕੋਟ ਅਨ ਪੂਜਾ ਕਰੀ, ਏਕ ਨਾ ਪੂਜਸ ਨਾਮਹਿ ਹਰੀ। ਪ੍ਰਣਵੈ ਨਾਮ ਦਿਓ ਇਹੋ ਕਰਣਾ, ਅਨੰਤ ਰੂਪ ਤੇਰੇ ਨਾਰਾਇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਅਪਾਰ ਮਿਹਰ ਕੀਤੀ ਹੈ। ਬੜੇ ਪ੍ਰੇਮ ਇਕਾਗਰਤਾ ਨਾਲ ਆਪ ਜੀ ਨੇ ਸਤ ਸੰਗਤ ਰੂਪ ਵਿੱਚ ਸੱਜ ਕੇ ਸਤਿਗੁਰਾਂ ਦੀ ਪਾਵਨ ਬਾਣੀ ਨਾਲ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਲਾਹਾ ਪ੍ਰਾਪਤ ਕੀਤਾ ਹੈ। ਭਗਤ ਨਾਮਦੇਵ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਜੀ ਨੇ ਪਾਠ ਦੇ ਰੂਪ ਵਿੱਚ ਦਾਸ ਪਾਸੋਂ ਸ਼ਰਵਣ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਅੰਕ ਨੰਬਰ 1163 ਉੱਪਰ ਇਹ ਪਾਵਨ ਸ਼ਬਦ ਸੁਭਾਏਮਾਨ ਹੈ। ਸ਼ਬਦ ਉੱਤੇ ਕਿਉਂਕਿ ਭਗਤ ਨਾਮਦੇਵ ਸਾਹਿਬ ਜੀ ਦੇ ਇਸ ਜਗ੍ਹਾ ਦੇ ਉੱਤੇ ਸ਼ਬਦਾਂ ਦਾ ਇੱਕ ਸੰਗ੍ਰਹਿ ਹੈ। ਪਹਿਲੇ ਘਰ ਵਿੱਚ 6 ਸ਼ਬਦ ਹਨ ਅਤੇ ਇਸ ਤੋਂ ਅੱਗੇ ਫਿਰ ਦੂਜੇ ਘਰ ਵਿੱਚ ਭਗਤ ਜੀ ਦੇ ਸ਼ਬਦ ਹਨ। ਇਹਨਾਂ ਸਾਰੇ ਸ਼ਬਦਾਂ ਦਾ ਇੱਕ ਸਾਂਝਾ ਸਿਰਲੇਖ ਹੈ। ਪਹਿਲੇ ਘਰ ਦੇ ਵਿੱਚ ਜਿਤਨੇ ਸ਼ਬਦ ਹਨ 6 ਸ਼ਬਦ, ਉਹਨਾਂ ਦਾ ਸਾਂਝਾ ਸਿਰਲੇਖ ਹੈ। ਇਸ ਕਰਕੇ ਸੰਖੇਪ ਮੰਗਲਾਚਰਨ ਸੁਭਾਏਮਾਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮੇਸ਼ਰੀ ਹਸਤੀ ਇੱਕ ਹੈ, ਇੱਕ ਰਸ ਸਮੁੱਚੀ ਕਾਇਨਾਤ ਕੁਦਰਤ ਕ੍ਰੀਏਸ਼ਨ ਦੇ ਵਿੱਚ, ਸਿਰਜਣਾ ਦੇ ਵਿੱਚ ਵਿਆਪਕ ਹੈ। ਉਹ ਸਦੀਵ ਕਾਲ ਸੱਚ ਹੈ। ਗੁਰੂ ਦੇ ਪ੍ਰਸਾਦ, ਗੁਰੂ ਦੇ ਅਨੁਭਵ, ਗੁਰੂ ਦੀ ਸਿੱਖਿਆ ਨਾਲ ਇੱਕ ਸੁਰ ਹੋ ਕੇ ਹੀ ਉਸ ਦਾ ਡੂੰਘਾ ਅਹਿਸਾਸ ਜੀਵ ਨੂੰ ਹੁੰਦਾ ਹੈ। ਇਸ ਤੋਂ ਅੱਗੇ ਸ਼ਬਦ ਦਾ ਸਿਰਲੇਖ ਹੈ। ਭੈਰਵ ਬਾਣੀ ਨਾਮ ਦਿਓ ਜੀਓ ਕੀ ਘਰ ਪਹਿਲਾ। ਭੈਰਵ ਰਾਗ ਦਾ ਨਾਮ ਹੈ। ਸ਼ਬਦਾਂ ਦਾ ਸੰਗ੍ਰਹਿ ਹੈ। ਭਗਤ ਜੀ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਸ਼ਬਦ ਆਰੰਭ ਹੋ ਰਹੇ ਹਨ। ਉਹਨਾਂ ਦਾ ਨਾਮ ਦਰਜ ਹੈ। ਘਰ ਪਹਿਲਾ ਤੋਂ ਭਾਵ ਸੁਰ ਅਤੇ ਤਾਲ ਨਾਲ ਸੰਬੰਧਿਤ ਇਸ ਨੂੰ ਪਹਿਲੇ ਘਰ ਵਿੱਚ ਗਾਇਆ ਜਾਣਾ ਹੈ। ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਰੰਗੀਲੇ ਜਿਹਬਾ ਹਰਿ ਕੈ ਨਾਏ। ਜਿਹਬਾ ਤੋਂ ਭਾਵ ਹੈ ਸਾਡੀ ਜ਼ੁਬਾਨ, ਸਾਡੀ ਜੀਭ,
ਸਾਡੀ ਰਸਨਾ। ਭਗਤ ਜੀ ਨੇ ਸਮੁੱਚੇ ਸ਼ਬਦ ਵਿੱਚ ਸਭ ਤੋਂ ਵੱਧ ਸੰਬੋਧਨ ਇਸ ਗਿਆਨ ਇੰਦਰੀ ਨੂੰ ਕੀਤਾ ਹੈ। ਥੋੜਾ ਜਿਹਾ ਇਸ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਾਡੇ ਸਰੀਰ ਦੇ ਵਿਦਵਾਨ ਜਨਾਂ ਮੁਤਾਬਕ 5 ਗਿਆਨ ਇੰਦਰੀ ਹਨ, 5 ਕਰਮ ਇੰਦਰੀ ਹਨ। ਕਿਤੇ ਕਿਤੇ ਗੁਰਬਾਣੀ ਵਿੱਚ ਸਾਂਝਾ ਸ਼ਬਦ ਵੀ ਜਿਹੜਾ ਹੈ ਉਹ 10 ਬੈਰਾਗਨ ਮੋਹ ਬਸ ਕੀਨੀ, ਪੰਚੋਂ ਕਾ ਮਿਟ ਨਾਮੋ, 70 ਦੋਏ ਭਰੇ ਅੰਮ੍ਰਿਤਸਰ ਬਿਕ ਕਉ ਮਾਰ ਕਢਾਓ। ਉਸੇ 10 ਬੈਰਾਗਨ ਸ਼ਬਦ ਜਿਹੜਾ ਹੈ ਉਹ 10 ਗਿਆਨ ਇੰਦਰੀਆਂ, 10 ਇੰਦਰੀਆਂ ਲਈ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ। ਜਿਹੜੀ ਜ਼ੁਬਾਨ ਹੈ ਇਸ ਨੂੰ 5 ਗਿਆਨ ਇੰਦਰੀਆਂ ਦੇ ਵਿੱਚ ਸ਼ੁਮਾਰ ਕੀਤਾ ਗਿਆ। ਇਹਦੀ ਗਿਣਤੀ 5 ਗਿਆਨ ਇੰਦਰੀਆਂ ਵਿੱਚ ਕੀਤੀ ਗਈ ਹੈ। ਸਾਡੇ 5 ਗਿਆਨ ਇੰਦਰੀ ਕਿਹੜੇ ਕਿਹੜੇ ਹਨ? ਸਾਡੀਆਂ ਅੱਖਾਂ, ਸਾਡੀ ਜ਼ੁਬਾਨ, ਸਾਡਾ ਨੱਕ, ਸਾਡੇ ਕੰਨ ਅਤੇ ਸਾਡੀ ਚਮੜੀ। ਇਸ ਨੂੰ ਇੱਕ ਵਿਚਾਰਵਾਨ ਨੇ ਬੜੀ ਪਿਆਰੀ ਉਦਾਹਰਨ ਨਾਲ ਐਕਸਪਲੇਨ ਕੀਤਾ ਹੈ, ਸਮਝਾਇਆ ਹੈ। ਉਹ ਕਹਿੰਦੇ ਤੁਸੀਂ ਬਾਜ਼ਾਰ ਵਿੱਚ ਦੀ ਗੁਜ਼ਰ ਰਹੇ ਹੋ, ਤੁਹਾਡੀ ਨਿਗਾਹ ਇੱਕ ਰੇਹੜੀ ਉੱਤੇ ਪਈ, ਇੱਕ ਦੁਕਾਨ ਉੱਤੇ ਪਈ ਜਿੱਥੇ ਫਲ ਪਏ ਹੋਏ ਹਨ। ਤੁਸੀਂ ਉਸ ਨੂੰ ਦੇਖਿਆ ਤੇ ਤੁਸੀਂ ਉਸ ਵੱਲ ਨੂੰ ਤੁਰ ਗਏ, ਉਸ ਵੱਲ ਨੂੰ ਹੋ ਗਏ। ਪਹਿਲੀ ਗੱਲ ਉਸਨੇ ਇੱਥੋਂ ਆਰੰਭ ਕੀਤੀ ਹੈ, ਕਹਿੰਦੇ ਵੀ ਤੁਸੀਂ ਜਾ ਰਹੇ ਹੋ ਤੇ ਅਚਾਨਕ ਕਿਸੇ ਨੇ ਹੋਕਾ ਦਿੱਤਾ ਵੀ ਮੇਰੇ ਕੋਲ ਬਹੁਤ ਵਧੀਆ, ਪੱਕੇ, ਮਿੱਠੇ ਅਤੇ ਸਸਤੇ ਫਲ ਹਨ। ਤਿੰਨੇ ਸ਼ਬਦ ਹੀ ਸਾਨੂੰ ਬੜੇ ਭਾਉਂਦੇ ਨੇ। ਚੀਜ਼ ਵੀ ਕੁਆਲਿਟੀ ਦੀ ਹੋਵੇ ਵੀ ਸਵਾਦਲੀ ਤੇ ਮਿਲੇ ਵੀ ਸਸਤੀ, ਤੇ ਬੰਦੇ ਦਾ ਇਰਾਦਾ ਨਾ ਵੀ ਹੋਵੇ, 3 ਸ਼ਬਦ ਅਗਲਾ ਕਹਿ ਦੇ ਤੇ ਮਨ ਬਣ ਜਾਂਦਾ। ਇਹ ਮਿੱਠੇ ਵੀ ਹਨ, ਪੱਕੇ ਵੀ ਹਨ ਔਰ ਸਸਤੇ ਵੀ ਹਨ। ਅਸੀਂ ਜਦੋਂ ਉਹਦਾ ਹੋਕਾ ਸੁਣਿਆ ਤੇ ਸਾਡੇ ਕੰਨ ਖਿੱਚੇ ਗਏ, ਅੱਖਾਂ ਉਧਰ ਨੂੰ ਚਲੀਆਂ ਗਈਆਂ। ਵੇਖਿਆ ਉਹ ਫਲਾਂ ਦੀ ਰੇਹੜੀ ਲਾ ਕੇ, ਫਲਾਂ ਦੀ ਦੁਕਾਨ ਲਾ ਕੇ ਬੈਠਾ ਸੀ। ਪਹਿਲਾਂ ਅਸੀਂ ਸੁਣਿਆ ਤੇ ਸਾਨੂੰ ਪਤਾ ਲੱਗਿਆ ਵੀ ਇੱਧਰ ਵੀ ਕੁਝ ਹੈ। ਫਿਰ ਅਸੀਂ ਉਧਰ ਵੇਖਿਆ ਤੇ ਅਸੀਂ ਵੇਖਿਆ ਜੋ ਉਹਨੇ ਹੋਕਾ ਦਿੱਤਾ ਵਾਕਈ ਉਹਦੇ ਕੋਲ ਬੜੇ ਸੋਹਣੇ ਫਲ ਪਏ ਸਨ। ਅਸੀਂ ਜਦੋਂ ਦੇਖਿਆ ਤੇ ਅਸੀਂ ਉਧਰ, ਸਾਡੇ ਕਦਮ ਉਧਰ ਨੂੰ ਮੁੜ ਗਏ। ਦਿਮਾਗ ਨੇ ਆਖਿਆ ਚਲੋ, ਹੁਣ ਸੁਣ ਵੀ ਲਿਆ ਸੀ ਤੇ ਵੇਖ ਵੀ ਲਿਆ ਸੀ, 2 ਇੰਦਰੀ ਆਪਣਾ ਪ੍ਰਭਾਵ ਪਾ ਗਏ ਤੇ ਸਰੀਰ ਉਧਰ ਨੂੰ ਮੁੜ ਤੁਰਿਆ। ਤੀਜਾ ਕੰਮ ਅਸੀਂ ਕੀ ਕੀਤਾ ਵੀ ਉਸ ਨੂੰ, ਫਲ ਨੂੰ ਜਾ ਕੇ ਆਪਣੇ ਹੱਥ ਵਿੱਚ ਫੜ ਕੇ ਵੇਖਿਆ ਵੀ ਕੀ ਸੱਚਮੁੱਚ ਇਹ ਠੀਕ ਹੈ, ਖਰੀਦਣ ਯੋਗ ਹੈ। ਜਿਹੜੇ ਅਸੀਂ ਸਪਰਸ਼ ਕਰਨਾ, ਜਿਹੜਾ ਅਸੀਂ ਹੱਥ ਨਾਲ ਉਸ ਫਲ ਨੂੰ ਚੁੱਕਿਆ, ਸਪਰਸ਼ ਕਰਨਾ। ਤੁਸੀਂ ਉਹਨੂੰ ਟੋਹ ਕੇ ਵੇਖਿਆ, ਮਹਿਸੂਸ ਕਰਕੇ ਵੇਖਿਆ ਵੀ ਗਲਿਆ ਨਾ ਹੋਵੇ, ਪੱਕਾ ਹੋਵੇ। ਤੇ ਫਲ ਨੂੰ ਖਰੀਦਣ ਲੱਗਿਆ ਕਈ ਵਾਰ ਬੰਦਾ ਉਹਨੂੰ ਸੁੰਘਦਾ ਵੀ, ਉਹਦੀ ਸਮੈਲ ਤੋਂ ਅੰਦਾਜ਼ਾ ਲਾਉਂਦਾ ਹੈ ਵੀ ਇਹ ਠੀਕ ਹੈ। ਉਹਨੇ ਨੱਕ ਦੇ ਨੇੜੇ ਕੀਤਾ ਉਸ ਨੂੰ। ਹੁਣ 4 ਗਿਆਨ ਇੰਦਰੀਆਂ ਨੇ ਉਸ ਦੀ ਹਾਮੀ ਭਰੀ। ਕੰਨਾਂ ਨਾਲ ਸੁਣ ਲਿਆ ਸੀ ਉਹਦੀ ਸਿਫਤ ਵਿੱਚ, ਅੱਖਾਂ ਨਾਲ ਵੇਖ ਲਿਆ ਸੀ, ਨੱਕ ਨਾਲ ਉਹਨੂੰ ਸੁੰਘ ਲਿਆ ਸੀ ਤੇ ਹੱਥ ਨਾਲ ਸਪਰਸ਼ ਕਰ ਲਿਆ ਸੀ। ਹੁਣ ਇੱਕੋ ਹੀ ਕੰਮ ਬਾਕੀ ਸੀ ਤੇ ਤਾਂ ਹੋ ਸਕਦਾ ਜੀ ਜੇ ਸਾਡੀ ਡੀਲ ਹੋ ਜਾਏ। ਵੈਸੇ ਅਗਲਾ ਚੁੱਕ ਕੇ ਥੋੜੀ ਖਾਣ ਦੇਗਾ। ਅਸੀਂ ਉਹਨੂੰ ਪੈਸੇ ਦਿੱਤੇ, ਸਾਨੂੰ ਜੱਚ ਗਈ ਗੱਲ ਵੀ ਠੀਕ ਹੈ, ਪੈਸੇ ਦਿੱਤੇ ਤੇ ਲਿਆਂਦਾ ਤੇ ਉਸ ਨੂੰ ਅਸੀਂ ਖਾ ਕੇ ਵੇਖਿਆ। ਇੱਕ ਚੀਜ਼ ਵਿੱਚ ਸਾਡੇ 5 ਹੀ ਗਿਆਨ ਇੰਦਰੀ ਇਨਵੋਲਵ ਹੋ ਗਏ। ਸੁਣਨ ਕਰਕੇ, ਵੇਖਣ ਕਰਕੇ, ਸੁੰਘਣ ਕਰਕੇ, ਸਪਰਸ਼ ਕਰਨ ਕਰਕੇ, ਛੂਹਣ ਕਰਕੇ ਭਾਵ, ਤੇ 5ਵਾਂ ਸੀ ਉਸ ਨੂੰ ਜ਼ੁਬਾਨ ਨਾਲ ਜਦੋਂ ਅਸੀਂ ਖਾਧਾ, ਫਿਰ ਉਹਦਾ ਅਸਲੀ ਅਸੀਂ ਟੇਸਟ ਮਾਣਿਆ। ਫਿਰ ਸਾਨੂੰ ਪਤਾ ਲੱਗਿਆ ਵੀ ਅਸੀਂ ਕੀ ਖਰੀਦਿਆ, ਕੀ ਸੱਚਮੁੱਚ ਜੋ ਇਹਦੀ ਸ਼ੋਭਾ ਹੋ ਰਹੀ ਸੀ, ਜਿਵੇਂ ਇਸ ਨੂੰ ਅਸੀਂ ਸਪਰਸ਼ ਕੀਤਾ, ਜਿਵੇਂ ਸੁੰਘ ਕੇ ਵੇਖਿਆ, ਜਿਵੇਂ ਇਸ ਨੂੰ ਇਹਦੀ ਅਸੀਂ ਵਡਿਆਈ ਵੇਖੀ, ਉਹ ਸਾਰੀਆਂ ਚੀਜ਼ਾਂ ਦਾ ਰਿਜ਼ਲਟ ਕੱਢਿਆ ਜ਼ੁਬਾਨ ਨੇ ਵੀ ਠੀਕ ਹੈ। ਹੁਣ ਇਹ 5 ਗਿਆਨ ਇੰਦਰੀ ਨੇ, ਇਹ ਤਾਂ ਕੇਵਲ ਇੱਕ ਵਿਆਖਿਆ ਹੈ, ਇੱਕ ਐਕਸਪਲੇਨ ਕੀਤਾ ਗਿਆ ਹੈ ਵੀ ਅਸੀਂ ਆਪਣੇ ਗਿਆਨ ਇੰਦਰੀਆਂ ਨਾਲ ਕਿਵੇਂ ਜਗਤ ਦੇ ਪਦਾਰਥਾਂ ਨਾਲ ਸਾਂਝ ਬਣਾਉਂਦੇ ਹਾਂ। ਦੇਖ ਕੇ ਬਣਾਉਂਦੇ ਹਾਂ, ਸੁਣ ਕੇ ਬਣਾਉਂਦੇ ਹਾਂ, ਵੇਖ ਕੇ, ਚੱਖ ਕੇ, ਸੁੰਘ ਕੇ, ਸਪਰਸ਼ ਕਰਕੇ। ਇਸੇ ਕਰਕੇ ਇਹਨਾਂ ਨੂੰ 5 ਗਿਆਨ ਇੰਦਰੀ ਆਖਿਆ ਜਾਂਦਾ ਹੈ।
ਇਹ ਪੰਜੇ ਗਿਆਨ ਇੰਦਰੀ ਸਾਡੇ ਮਨ ਦੀ ਬਣਤਰ ਨੂੰ ਬਣਾਉਣ ਵਿੱਚ ਸਹਾਇਤਾ ਕਰਦੇ ਨੇ, ਤੇ ਮਨ ਦੀ ਬਣੀ ਹੋਈ ਬਣਤਰ ਜਿਹੜੀ ਹੈ ਫਿਰ ਇਹਨਾਂ ਨੂੰ ਕਰਮ ਕਰਨ ਵਾਸਤੇ, ਜਿਵੇਂ ਕਿ ਦੋਨੇ ਇੱਕ ਦੂਜੇ ਦੇ ਪੈਰਾਲਲ, ਇੱਕ ਦੂਜੇ ਦਾ ਸਹਾਰਾ ਬਣੇ ਹੋਏ ਮਨ। ਇਸੇ ਕਰਕੇ ਤੁਸੀਂ ਬਾਣੀ ਵਿੱਚ ਨਾ ਇੱਕ ਭਗਤ ਕਬੀਰ ਸਾਹਿਬ ਦਾ ਸ਼ਬਦ ਆਉਂਦਾ ਹੈ, ਉੱਥੇ ਉਹਨਾਂ ਮਨ ਨੂੰ 6ਵਾਂ ਇੰਦਰਾ ਲਿਖਿਆ, ਮਨ ਨੂੰ 6ਵੇਂ ਇੰਦਰੇ ਵਿੱਚ ਸ਼ੁਮਾਰ ਕੀਤਾ। ਇਹਦਾ ਮਤਲਬ ਹੈ 6ਵੇਂ ਓਤ-ਪੋਤ ਨੇ ਪੰਜੇ ਗਿਆਨ ਇੰਦਰੇ ਜੋ ਅਸੀਂ ਦੇਖਿਆ ਉਹਦਾ ਅਸੀਂ ਵਿਚਾਰ ਆਪਣੇ ਅੰਦਰ ਸੁੱਟ ਲਿਆ ਵੀ ਆਹ ਚੀਜ਼ ਹੈ, ਫਿਰ ਉਹ ਵਿਚਾਰ ਜਿਹੜਾ ਅੰਦਰ ਸਾਡੇ ਪਿਆ ਹੋਇਆ ਉਹਨੇ ਫਿਰ ਸਾਡੀ ਅੱਖ ਨੂੰ ਦੁਬਾਰਾ ਡਾਇਰੈਕਸ਼ਨ ਦਿੱਤੀ ਵੀ ਕੀ ਉਹੀ ਚੀਜ਼ ਹੈ ਜਿਹੜੀ ਆਪਾਂ ਪਹਿਲਾਂ ਵੇਖੀ ਸੀ। ਇਸੇ ਤਰ੍ਹਾਂ ਸੁਣਨ ਸਦਕੇ, ਇਸੇ ਤਰ੍ਹਾਂ ਸੁੰਘਣ, ਇਸੇ ਤਰ੍ਹਾਂ ਚੱਖਣ, ਇਸੇ ਤਰ੍ਹਾਂ ਸਪਰਸ਼ ਕਰਨ, ਜਾਨੀ ਪੰਜਾਂ ਗਿਆਨ ਇੰਦਰੀਆਂ ਦੀ ਬਾਹਰੀ ਜਿਹੜੀ ਸਰੋਤ ਹੈ, ਜੋ ਇਹਨਾਂ ਨੂੰ ਬਾਹਰੋਂ ਪ੍ਰਾਪਤ ਹੁੰਦਾ ਹੈ, ਉਹਦੇ ਨਾਲ ਮਨ ਦੀ ਡਿਵੈਲਪਮੈਂਟ ਹੁੰਦੀ ਹੈ, ਤੇ ਫਿਰ ਮਨ ਦੀ ਬਣਤਰ ਮੁਤਾਬਕ ਜਿਹੜਾ ਹੈ ਉਹ ਅਸੀਂ ਇਹਨਾਂ ਇੰਦਰੀਆਂ ਦੀ ਵਰਤੋਂ ਕਰਦੇ। ਇਹ ਇਵੇਂ ਇੱਕ ਦੂਜੇ ਨੂੰ ਇਫੈਕਟ ਕਰਦੇ ਨੇ, ਪ੍ਰਭਾਵ ਪਾਉਂਦੇ ਨੇ ਇੱਕ ਦੂਜੇ ਦੇ ਉੱਤੇ, ਰਲ ਮਿਲ ਕੇ ਜਾਨੀ ਕਿ ਚੱਲਦਾ ਹੈ ਕੰਮ ਸਰੀਰ ਦਾ ਜਿਹੜਾ ਹੈ। ਆਪਣੀ ਮਰਜ਼ੀ ਕਿਸੇ ਦੀ ਇਕੱਲੇ ਦੀ ਕੋਈ ਨਹੀਂ। ਬੰਦੇ ਦੇ ਅੰਦਰ ਭੈੜੀ ਵਾਸ਼ਨਾ ਹੋਵੇ ਤੇ ਅੱਖ ਨਾਲੋਂ ਚੰਗਾ ਵੇਖਣ ਦਾ ਯਤਨ ਕਰੇ, ਹੋ ਹੀ ਨਹੀਂ ਸਕਦਾ। ਹੁਣ ਮਨੁੱਖ ਦੀ ਅੱਖ ਜਿਹੜੀ ਹੈ ਉਹ ਜੋ ਕੁਝ ਵੇਖਦੀ ਹੈ ਉਹ ਮਨ ਦੇ ਉੱਤੇ ਪ੍ਰਭਾਵ ਨਾ ਪਾਵੇ, ਇਹ ਨਹੀਂ ਹੋ ਸਕਦਾ। ਜਾਨੀ ਕਿ ਪੈਰਾਲਲ ਇੱਕ ਸਫ਼ਰ ਹੈ, ਰਲ ਮਿਲ ਕੇ ਹੋ ਰਿਹਾ। ਜਿਵੇਂ ਬਿਲਕੁਲ ਇੱਕ ਇੰਜਣ ਚੱਲਦਾ, ਉਹਦੇ ਚ ਦੇਖੋ ਕਿੰਨੀਆਂ ਵੱਖਰੇ ਵੱਖਰੇ ਉਹਦੇ ਪਾਰਟਸ ਨੇ ਕੰਮ ਕਰਦੇ। ਗੱਡੀ ਹੈ, ਹਰ ਚੀਜ਼ ਦੀ ਆਪਣੀ ਵੈਲਿਊ ਹੁੰਦੀ ਉਹਦੇ ਵਿੱਚ, ਹਰ ਚੀਜ਼ ਉਹਦੇ ਵਿੱਚ ਪ੍ਰੋਪਰ ਵਰਕ ਕਰ ਰਹੀ ਹੈ ਤਾਂ ਸਾਰੀ ਗੱਡੀ ਰਿੜ ਰਹੀ ਹੈ। ਸਰੀਰ ਵੀ ਇਸੇ ਤਰ੍ਹਾਂ ਹੈ, ਇੰਦਰੀ ਆਪਣਾ ਕੰਮ ਕਰਦੇ ਹਨ, ਮਨ, ਬੁੱਧ, ਚਿੱਤ, ਇਹ ਸੁਰਤ, ਇਹ ਸਾਡੇ ਅੰਦਰਲਾ ਜਿਹੜਾ ਸਾਫਟਵੇਅਰ ਹੈ, ਇਹਨੂੰ ਆਪਾਂ ਕਹਿੰਦੇ ਇਹ ਆਪਣਾ ਕੰਮ ਕਰਦਾ ਹੈ। ਬੜੀ ਅਜਬ ਕਿਸਮ ਦੀ ਰਚਨਾ ਪਰਮੇਸ਼ਰ ਨੇ ਸਾਡੇ ਜੀਵਨ ਦੀ ਰਚੀ ਹੈ। ਜੀਵਨ ਕੱਲਾ ਪੰਜਾਂ ਤੱਤਾਂ ਦਾ ਸਰੀਰ ਵੀ ਨਹੀਂ, ਤੇ ਜੀਵਨ ਇਕੱਲਾ ਜਿਹੜਾ ਹੈ ਉਹ ਅੰਦਰ ਦੀ ਸਾਡੀ ਚੇਤਨਾ, ਦੋਵਾਂ ਦਾ ਕੰਬੀਨੇਸ਼ਨ, ਦੋਵਾਂ ਦਾ ਮਿਲਾਪ ਹੀ ਜੀਵਨ ਹੈ। ਜਦੋਂ ਮਨੁੱਖ ਨੂੰ ਆਪਣੇ ਜੀਵਨ ਦੀ ਇਹ ਸਮੁੱਚੀ ਪ੍ਰਕਿਰਿਆ ਸਮਝ, ਅਸਲ ਵਿੱਚ ਵੇਖੋ ਕਿੰਨਾ ਪਰਮੇਸ਼ਰ ਵਾਹਿਗੁਰੂ ਨੇ ਜੀਵਨ ਨੂੰ ਕਿੰਨਾ ਡੂੰਘਾ ਘੜਿਆ ਹੈ। ਅਸੀਂ ਇਹਨੂੰ ਸਮਝਣ ਲੱਗੇ, ਸਰੀਰ ਨੂੰ ਸਮਝਣ ਉੱਤੇ ਕਿੰਨੀਆਂ ਸਦੀਆਂ ਬੀਤ ਗਈਆਂ ਆਦਿ ਕਾਲ ਤੋਂ ਮਨੁੱਖ ਦੀਆਂ। ਸਰੀਰ ਕੰਮ ਕਿਵੇਂ ਕਰਦਾ ਹੈ, ਸਰੀਰ ਵਿੱਚ ਕੀ ਕੀ ਚੀਜ਼ਾਂ, ਅੱਜ ਤੱਕ ਮੈਡੀਕਲ ਸਾਇੰਸ ਨੇ ਕੋਈ ਸਟਾਪ ਥੋੜਾ ਲਾ ਦਿੱਤਾ, ਚੱਲੀ ਜਾ ਰਿਹਾ ਕੰਮ। ਤੇ ਮਨੋਵਿਗਿਆਨ ਦਾ ਤੇ ਕੋਈ ਸਟਾਪ ਹੀ ਨਹੀਂ ਹੈ, ਹੀ ਹੋ ਹੀ ਨਹੀਂ ਸਕਦਾ। ਮਨ ਇੰਨਾ ਡੂੰਘਾ ਹੈ, ਮਨ ਦੀਆਂ ਇੰਨੀਆਂ ਅਵਸਥਾਵਾਂ ਹਨ, ਮਨ ਵਿੱਚ ਖੋਰੇ ਕੀ ਕੁਝ, ਔਰ ਮਨ ਦਾ ਇੰਨਾ ਵਿਸ਼ਾਲ ਦਾਇਰਾ ਹੈ। ਇਸ ਦੇ ਉੱਤੇ ਵੀ ਕਿੰਨੇ ਵਿਚਾਰਵਾਨਾਂ ਨੇ, ਕਿੰਨੇ ਗਿਆਨੀਆਂ ਨੇ, ਕਿੰਨੇ ਸਤਿਪੁਰਸ਼ਾਂ ਨੇ, ਕਿੰਨੇ ਮਹਾਨ ਪੁਰਖਾਂ ਨੇ ਆਪਣੇ ਬਚਨ ਸਾਂਝੇ ਸਾਡੇ ਨਾਲ ਕੀਤੇ। ਜੋ ਕੋਈ ਵੀ ਕਿਹੋ ਜਿਹਾ ਵੀ ਕਰੈਕਟਰ, ਕਿਰਦਾਰ ਦਾ ਮਾਲਕ ਹੈ, ਉੱਚਾ ਹੈ, ਨੀਵਾਂ ਹੈ, ਭਲਾ ਹੈ, ਬੁਰਾ ਹੈ, ਸਭ ਮਨ ਦੀ ਸਥਿਤੀ ਕਰਕੇ। ਤਾਂ ਮਨ ਨੂੰ ਵੀ ਸਤਿਗੁਰੂ ਨੇ ਇਸ ਮਨ ਕੋ ਕੋਈ ਖੋਜੋ ਭਾਈ, हे ਭਾਈ ਕੋਈ ਇਸ ਮਨ ਨੂੰ ਖੋਜ ਵੇਖੇ। ਮਨ ਖੋਜਤ ਨਾਮ ਨੌ ਨਿਧ ਪਾਈ, ਮਨ ਨੂੰ ਖੋਜਦਿਆਂ ਹੀ ਨੌ ਨਿਧ ਨਾਮ ਪ੍ਰਾਪਤ ਹੁੰਦਾ ਹੈ। ਤੇ ਸਾਰੀ ਬੜੀ ਲੰਬੀ ਚੌੜੀ ਵਿਆਖਿਆ ਗੁਰੂ ਗ੍ਰੰਥ ਸਾਹਿਬ 'ਚ ਹੈ, ਪਰ ਸਤਿਗੁਰੂ ਨੇ ਕੱਲੇ ਕੱਲੇ ਇੰਦਰੀ ਨੂੰ ਵੀ ਸੰਬੋਧਨ ਕੀਤਾ ਵੀ ਇਹ ਇੰਦਰੀ ਵੀ ਸਾਡੇ ਜੀਵਨ ਉੱਤੇ ਇਫੈਕਟ ਪਾਉਂਦੇ ਹਨ। ਕਈ ਵਾਰ ਤੁਹਾਡੇ ਮਨ ਦੀ ਵਾਸ਼ਨਾ ਇੰਦਰੀਆਂ ਨੂੰ ਕੁਰਾਏ ਪਾਉਂਦੀ ਹੈ, ਕਈ ਵਾਰ ਤੁਸੀਂ ਕੁਝ ਜ਼ਬਤ ਸੰਜਮ ਰੱਖ ਲਓ ਬਾਹਰੀ ਤੌਰ ਤੇ ਤੁਹਾਡੇ ਮਨ ਦੇ ਵਿਚਾਰ ਵੀ ਤਬਦੀਲ ਹੋ ਸਕਦੇ ਹਨ। ਦੋਵੇਂ ਚੀਜ਼ਾਂ ਪੈਰਾਲਲ ਜਦੋਂ ਚੱਲਦੀਆਂ ਨੇ ਤਾਂ ਦੋਵਾਂ ਦੇ ਉੱਤੇ ਹੀ ਬਰਾਬਰ ਕੰਮ ਕਰਨਾ ਪੈਂਦਾ ਹੈ, ਮਨ ਦੇ ਉੱਤੇ ਵੀ, ਇੰਦਰੀਆਂ ਦੇ ਉੱਤੇ। ਇਸ ਲਈ ਸਤਿਗੁਰੂ ਮਹਾਰਾਜ ਨੇ ਬਾਣੀ, ਧੰਨ ਗੁਰੂ ਅਮਰਦਾਸ ਸਾਹਿਬ ਜੀ, ਜਦੋਂ ਆਪਾਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਵੇਖੋ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਵੇਂ ਸਤਿਗੁਰੂ ਜੀ ਸ਼ਰਵਣਾ ਨੂੰ ਸੰਬੋਧਨ ਹੁੰਦੇ, ਸ਼ਰਵਣੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਕਿੱਡੀ ਕਮਾਲ ਦੀ ਖੇਡ ਹੈ।
ਨਿੱਕਾ ਜਿਹਾ ਪੌਦਾ ਹੋਵੇ, ਫਲਦਾਰ ਰੁੱਖ ਹੋਵੇ, ਮੰਨ ਲਓ ਸਾਡੇ ਘਰ ਵਿੱਚ ਫਲਦਾਰ ਬੂਟਾ ਲੱਗਿਆ, ਉਹ ਫਲ ਦਿੰਦਾ ਹੈ। ਤੁਸੀਂ ਥੋੜ੍ਹਾ ਥੋੜ੍ਹਾ ਤੇਜ਼ਾਬ ਉਹਦੀ ਜੜ੍ਹ ਨੂੰ ਪਾਉਣਾ ਸ਼ੁਰੂ ਕਰ ਦਿਓ, ਇੰਨਾ ਹਰਿਆ ਭਰਿਆ ਬੂਟਾ, ਇੰਨਾ ਫਲਦਾਰ ਤੇ ਫੁੱਲਦਾਰ ਬੂਟਾ ਬਰਬਾਦ ਹੋ ਜਾਏਗਾ, ਖਰਾਬ ਹੋ ਜਾਏਗਾ, ਸੁੱਕ ਜਾਏਗਾ, ਕਿਉਂਕਿ ਤੁਸੀਂ ਬੜੀ ਜ਼ਹਿਰੀਲੀ ਚੀਜ਼ ਜਿਹੜੀ ਉਹਦੇ ਜੀਵਨ ਦਾ ਨਾਸ਼ ਕਰਨ ਵਾਲੀ ਹੈ ਉਹਦੇ ਮੁੱਢ ਨਾਲ ਪਾ ਦਿਓ। ਇਸੇ ਤਰ੍ਹਾਂ ਜੀਵਨ ਵਿੱਚ ਖੁਸ਼ੀ ਹੋਵੇ, ਆਨੰਦ ਹੋਵੇ, ਸਕੂਨ ਹੋਵੇ, ਮਨ ਟਿਕਾ 'ਚ ਹੋਵੇ, ਕਿਉਂਕਿ ਮਨ ਦੀ ਵੀ ਇੱਕ ਅਵਸਥਾ ਹੁੰਦੀ ਹੈ ਨਾ। ਜੇ ਬਹੁਤ ਉੱਚੀ ਅਵਸਥਾ ਫਿਰ ਕੋਈ ਇਫੈਕਟ ਨਹੀਂ ਪਏਗਾ ਕੰਨਾਂ ਦੇ ਨਾਲ, ਦੁਨੀਆ ਜੋ ਮਰਜ਼ੀ ਕਹੀ ਜਾਏ ਕੋਈ ਫਰਕ ਨਹੀਂ ਪੈਂਦਾ। ਪਰ ਜੇ ਅਜੇ ਉਸ ਲੈਵਲ ਤੱਕ ਅਸੀਂ ਨਹੀਂ ਪਹੁੰਚੇ ਵੀ ਸਟੇਬਲ ਰਹਿ ਸਕੀਏ ਔਖੀ ਸਿਚੁਏਸ਼ਨ 'ਚ ਵੀ, ਤੁਸੀਂ ਬੜੇ ਟਿਕਾਅ ਵਿੱਚ ਹੋ, ਅਚਾਨਕ ਕੋਈ ਆ ਕੇ ਇਹੋ ਜਿਹੀ ਭੈੜੀ ਗੱਲ ਤੁਹਾਨੂੰ ਕਹਿ ਦੇ, ਤੁਸੀਂ ਡਾਵਾਂਡੋਲ ਹੋ ਜਾਓ। ਤੁਸੀਂ ਲਗਾਤਾਰ ਨੈਗੇਟਿਵ ਗੱਲਾਂ ਸੁਣਦੇ ਰਹੋ, ਤੁਹਾਡਾ ਮਨ ਬਿਮਾਰ ਹੋ ਜਾਏ, ਤੁਹਾਡੀ ਜ਼ਿੰਦਗੀ ਦਾ ਖੇੜਾ, ਖੁਸ਼ੀ, ਉਤਸ਼ਾਹ ਸਭ ਕੁਝ ਮੁੱਕ ਜਾਏਗਾ। ਹੁਣ ਇਹ ਆਪਾਂ ਸਾਰਿਆਂ ਨੇ ਸੋਚਣਾ ਹੁੰਦਾ ਹੈ। ਗੁਰੂ ਸਾਹਿਬ ਨੇ ਸਾਨੂੰ ਜਦੋਂ ਇਹ ਕਿਹਾ ਹੈ ਨਾ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸਾਚਿਆ ਲੱਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਅਸੀਂ ਤਨ ਨੂੰ ਪਵਿੱਤਰ ਕਿਵੇਂ ਸਮਝਦੇ ਹਾਂ? ਤਨ ਨੂੰ ਪਾਣੀ ਨਾਲ ਧੋ ਕੇ ਅਸੀਂ ਕਹਿੰਦੇ ਜੀ ਸ਼ੁੱਧ ਹੋ ਗਏ ਹਾਂ, ਪਵਿੱਤਰ ਨਹੀਂ। ਇਹ ਤਾਂ ਮੈਲ ਲਾਈ ਜਾ ਸਕਦੀ ਹੈ ਤਨ ਦੀ, ਪਵਿੱਤਰ ਨਹੀਂ ਕੀਤਾ ਜਾ ਸਕਦਾ ਪਾਣੀ ਨਾਲ। ਪਾਣੀ ਤੇ ਆਪ ਝੂਠਾ ਹੈ, ਪਾਣੀ ਤੇ ਆਪ ਜੀਵ ਤੇ ਜਰਾਸੀਮ ਉਹਦੇ ਵਿੱਚ ਕਿਤਨੇ ਨੇ, ਆਪਾਂ ਸਮਝ ਹੀ ਨਹੀਂ ਸਕਦੇ ਖੇਡ। ਝੂਠੇ ਤਨ ਜਲ ਨਾਲ, ਪਾਣੀ ਨਾਲ ਤਨ ਨੂੰ ਧੋ ਕੇ ਇਸ ਨੂੰ ਸੁੱਚਾ ਕਿਵੇਂ ਕਰ ਲੈ? ਹੋਏਗਾ ਕਿਵੇਂ? ਹੁਣ ਕੰਨ ਧੋ ਲੈ, ਕੰਨ ਸਾਫ਼ ਕਰ ਲੈ, ਪਰ ਜੇ ਚੁਗਲੀ ਤੇ ਨਿੰਦਾ ਨਹੀਂ ਛੱਡੀ, ਉਹ ਚਸਕਾ ਜੀਵਨ 'ਚ ਪਾਲਿਆ ਹੋਇਆ, ਲੱਭਦੇ ਫਿਰਦੇ ਆ ਵੀ ਕੌਣ ਕਿਹਦੀ ਕੀ ਗੱਲ ਕਰਦਾ ਹੈ। ਟੇਸਟ ਕਿਹੋ ਜਿਹਾ ਤੁਸੀਂ ਵੇਖੋ, ਸਵਾਦ ਕਿਹੋ ਜਿਹਾ। ਔਰ ਇਹ ਕੁਝ ਸੁਣਨ ਵਿੱਚ ਆਨੰਦ ਵੀ ਆਉਂਦਾ ਹੈ, ਮਨੁੱਖ ਨੂੰ ਮਜ਼ਾ ਵੀ ਆਉਂਦਾ ਹੈ, ਘੰਟਿਆਂ ਬੱਧੀ ਬੈਠ। ਵੈਸੇ ਬੰਦੇ ਨੂੰ ਕਹੋ ਨਾ ਵੀ ਆ ਜਾਓ 10 ਮਿੰਟ, ਇਹ ਇੱਕ ਬੰਦੇ ਦੀ ਸਾਰੀ ਮੇਰੀ ਵੀ ਵਿੱਚ ਹੀ ਦਸ਼ਾ ਹੈ। ਗੁਟਕਾ ਸਾਹਿਬ ਫੜ ਲਈ ਤੇ ਇਵੇਂ ਲੱਗਦਾ ਵੀ ਜਿਵੇਂ ਕਿਸੇ ਨੇ ਸਜ਼ਾ ਲਾ ਦਿੱਤੀ ਹੋਵੇ। ਕਦੋਂ ਗੈਲ ਛੁੱਟੇਗੀ, ਕਦੋਂ ਪੂਰਾ ਹੋਏਗਾ, ਕਦੋਂ ਸਾਰਾ ਕੰਮ ਨਿਪਟੇਗਾ, ਤੋ ਨਿਬੇੜ ਦਿਆਂ, ਮਾਫ ਕਰਿਓ, ਇੱਦਾਂ ਹੀ ਹੁੰਦਾ ਹੈ ਨਾ। ਤੋ ਉਹ ਜਿਹੜੀ ਚੀਜ਼, ਹੁਣ ਤੁਸੀਂ ਮੰਨ ਲਓ ਸਾਨੂੰ ਕੋਈ ਆਖੇ ਵੀ ਆਓ ਰਲ ਕੇ ਆਪਾਂ ਪਾਠ ਕਰਿਆ ਕਰਨਾ, ਔਖੇ ਸੌਖੇ ਦਿਨ ਪੂਰੇ ਕਰੀਦੇ ਨੇ। ਕਿਸੇ ਨੇ ਸਾਨੂੰ ਦੱਸਿਆ ਵੀ 40 ਦਿਨ ਕਰਿਓ, ਤੇ 40 ਦਿਨ ਕਦੋਂ ਪੂਰੇ ਹੁੰਦੇ ਨੇ? ਇੱਥੇ ਸੁਰਤ ਅਟਕੀ ਹੁੰਦੀ ਵੀ 40ਵੇਂ ਦਿਨ ਤੇ ਵੀ ਲਓ ਜੀ ਕੰਮ ਨਿਬੜਨ ਵਾਲਾ ਹੈ, 5 ਦਿਨ ਰਹਿ ਗਏ, 4 ਦਿਨ ਰਹਿ ਗਏ, 2 ਦਿਨ ਰਹਿ ਗਏ, 1 ਦਿਨ ਰਹਿ ਗਿਆ। ਹੁਣ ਜੇ ਸਾਨੂੰ ਕੋਈ ਆਖੇ ਵੀ ਤੁਸੀਂ ਅੱਧਾ ਘੰਟਾ ਪੜ੍ਹਨਾ ਤੇ ਅਸੀਂ ਮਿੰਟ ਗਿਣਾਂਗੇ, ਸੂਈ ਕਿੱਥੇ ਜਾਂਦੀ ਹੈ? ਉਹ ਸਾਰੀ ਖੇਡ ਜਿਹੜੀ ਤੁਸੀਂ ਵੇਖੋ, ਕਿਉਂਕਿ ਇੰਟਰਸਟ ਨਹੀਂ ਉਹਦੇ 'ਚ, ਅੰਦਰ ਦਾ ਕੋਈ ਸਕੂਨ ਲੈਣ ਦੀ ਇੱਛਾ ਤੇ ਜਗਿਆਸਾ ਨਹੀਂ। ਮਨ ਉਕਤਾਏਗਾ, ਆਪਾਂ ਬਹਾਨਾ ਵੀ ਕਰ ਸਕਦੇ ਵੀ ਫਿਰ ਆਵਾਂਗੇ ਜੀ, ਕੋਈ ਨਹੀਂ ਸਮਾਂ ਕੱਢਾਂ, ਵਿਹਲੇ ਟਾਈਮ ਹੁੰਦਾ ਹੈ ਜੀ, ਅਜੇ ਮੈਂ ਇਸ਼ਨਾਨ ਨਹੀਂ ਕੀਤਾ, ਅਜੇ ਘਰ ਦੇ ਕੰਮ, ਬੜੀਆਂ ਗੱਲਾਂ। ਤੇ ਜੇ ਕੋਈ ਸਾਨੂੰ ਰਾਹ 'ਚ ਖਿਲਾਰ ਕੇ ਸੁਣਾਉਣ ਲੱਗ ਪਏ ਫਲਾਣੇ ਬੰਦੇ, ਜਿਹਦੇ ਨਾਲ ਸਾਡਾ ਕੰਪੀਟੀਸ਼ਨ ਚੱਲਦਾ ਹੋਵੇ ਨਾ, ਉਹਦੀ ਚੁਗਲੀ ਕਰਨ ਲੱਗ ਪਏ। ਜਿਹਦੇ ਨਾਲ ਸਾਡਾ ਕੰਪੀਟੀਸ਼ਨ ਹੈ ਖਾਸ ਤੌਰ ਤੇ, ਉਹਦੀ ਚੁਗਲੀ ਹੋਣ ਲੱਗ ਪਏ। ਬੰਦੇ ਨੂੰ ਸਾਰੇ ਕੰਮ ਭੁੱਲ ਜਾਂਦੇ ਨੇ, ਘੜੀ ਨਹੀਂ ਵਹਿੰਦਾ ਬੰਦਾ, ਅੱਖ ਨਹੀਂ ਝਮਕਦਾ। ਟੇਸਟ, ਸਵਾਦ ਜਿਹੜਾ ਹੈ ਉਹ ਜਿਹੋ ਜਿਹਾ ਬੰਦੇ ਨੇ ਲਾਇਆ ਹੋਇਆ, ਇਹ ਉਵੇਂ ਦੀ ਖੇਡ ਹੈ ਜਿਵੇਂ ਕਿਸੇ ਡਰੱਗੀ ਬੰਦੇ ਨੂੰ ਤੁਸੀਂ ਫਰੂਟ ਕੱਟ ਕੇ ਰੱਖ ਦਿਓ, ਉਹਦਾ ਧਿਆਨ ਬਾਰ-ਬਾਰ ਜਾਏਗਾ, ਮੈਨੂੰ ਤਾਂ ਮੇਰੇ ਨਾਲ ਦੇ ਡੀਕਦੇ ਹੋਣਗੇ, ਮੈਂ ਫਰੂਟ ਸਿਰ 'ਚ ਮਾਰਨਾ, ਇਹਦੀ ਮੈਨੂੰ ਕੀ ਲੋੜ ਹੈ? ਮੈਨੂੰ ਤਾਂ ਲੋੜ ਉੱਥੇ ਹੈ ਜਿੱਥੇ ਮੈਨੂੰ ਮੇਰੀ ਖੁਰਾਕ ਮਿਲਣੀ। ਸੇਮ ਅਸੀਂ ਸਾਰੇ ਹੀ ਨਸ਼ਈ ਹਾਂ, ਔਰ ਵਿਹਾਰ ਵੀ ਨਸ਼ਈਆਂ ਵਰਗਾ ਹੀ ਕਰਦੇ। ਡੋਜ਼ ਨਾ ਮਿਲੇ ਸਾਨੂੰ, ਜੇ ਜਿਹੜੀ ਡੋਜ਼ ਅਸੀਂ ਲਾਈ ਹੈ, ਜੋ ਅਸੀਂ ਅੱਖਾਂ ਨਾਲ ਵੇਖਣ ਦੀ, ਕੰਨਾਂ ਨਾਲ ਸੁਣਨ ਦੀ, ਜੋ ਕੁਝ ਬੋਲਣ ਦੀ, ਜੋ ਕੁਝ ਸਪਰਸ਼ ਕਰਨ ਦੀ, ਜੋ ਕੁਝ ਆਲੇ, ਜਿਹੋ ਜਿਹੀ ਅਸੀਂ ਸੋਭਤ ਕ੍ਰੀਏਟ ਕਰ ਲਈ, ਆਪਣਾ ਇਨਵਾਇਰਮੈਂਟ ਬਣਾ ਲਿਆ ਜੀਵਨ ਦਾ, ਮਨ ਦਾ, ਉਹ ਡੋਜ਼ ਨਾ ਮਿਲੇ ਤੇ ਸਾਨੂੰ ਇਉਂ ਲੱਗਦਾ ਵੀ ਅੱਜ ਦਿਨ ਕੋਈ ਬਹੁਤਾ ਵਧੀਆ ਨਹੀਂ ਚੜਿਆ, ਸਮਾਂ ਕੋਈ ਬਹੁਤਾ ਵਧੀਆ ਨਹੀਂ ਲੰਘਿਆ। ਨਸ਼ਾ ਹੀ ਹੈ। ਨਸ਼ਾ ਕੱਲਾ ਕੋਈ ਇੱਕ ਚੀਜ਼ ਥੋੜਾ ਹੈ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਸ਼ੇ 'ਚ ਹੀ ਸ਼ੁਮਾਰ ਕੀਤਾ ਹੈ।
ਪਰ ਫਰਕ ਇਹ ਹੈ ਵੀ ਉਹ ਬੰਦਾ ਜਿਹੜਾ ਦੂਜਾ ਨਸ਼ਾ, ਮੈਂ ਇਹ ਨਹੀਂ ਕਹਿੰਦਾ ਵੀ ਉਹ ਚੰਗੀ ਗੱਲ ਹੈ, ਪਰ ਉਹ ਬਦਨਾਮ ਹੋ ਜਾਂਦਾ ਹੈ। ਅਸੀਂ ਬਦਨਾਮ ਘੱਟ, ਚੁਗਲੀ ਨੂੰ ਅਸੀਂ ਨਸ਼ਾ ਨਹੀਂ ਨਾ ਮੰਨਿਆ, ਜੇ ਨਿੰਦਾ ਨੂੰ ਨਹੀਂ ਮੰਨਿਆ, ਮੰਦਾ ਸੋਚਣ ਨੂੰ, ਕਿਸੇ ਪ੍ਰਤੀ ਮੰਦੀ ਭਾਵਨਾ ਰੱਖਣ ਨੂੰ ਨਸ਼ਾ ਨਹੀਂ ਮੰਨਿਆ। ਪਰ ਧਰਮੀ ਮਨੁੱਖ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਉਵੇਂ ਦਾ ਨਸ਼ਾ ਪ੍ਰਵਾਨ ਕਰਦਾ। ਉਹ ਕਹਿੰਦੇ ਇਹ ਵੀ ਇੱਕ ਨਸ਼ਾ ਹੈ ਤੇ ਇਹ ਬੜਾ ਤਬਾਹੀ ਲੈ ਕੇ ਆਉਂਦਾ ਬੰਦੇ ਦੀ। ਇਹ ਨੈਗੇਟਿਵਿਟੀ ਇਕੱਠੀ ਕਰਕੇ ਤੁਹਾਡੇ ਅੰਦਰ ਕੂੜਾ ਸੁੱਟ ਦਿੰਦਾ, ਉਹਦੀ ਦੁਰਗੰਧ ਨਾਲ ਹੀ ਤੁਸੀਂ ਬੇਹੋਸ਼ ਹੋਏ ਰਹਿੰਦੇ ਹੋ। ਤੋ ਸਾਹਿਬ ਸਤਿਗੁਰੂ ਮਹਾਰਾਜ ਨੇ ਉੱਥੇ ਸ਼ਰਵਣਾਂ ਦੀ ਗੱਲ ਕੀਤੀ ਤੇ ਉੱਥੇ ਸਾਡੀ ਰਸਨਾ ਦੀ ਗੱਲ ਵੀ ਕੀਤੀ। ਇਹ ਰਸਨਾ ਤੋਂ ਅੰਨ ਰਸ ਰਾਚ ਰਹੀ। ਅੰਨ ਰਸ ਦਾ ਮਤਲਬ ਹੋਰ ਹੋਰ ਰਸਾਂ ਦੇ ਵਿੱਚ, ਸਵਾਦਾਂ ਦੇ ਵਿੱਚ ਪਈ ਹੋਈ ਹੈ, ਤੇਰੀ ਪਿਆਸ ਨਾ ਜਾਏ, ਤੇਰੀ ਇਹ ਭੁੱਖ, ਤੇਰੀ ਇਹ ਤ੍ਰੇਹ ਮਿਟਦੀ ਨਹੀਂ, ਭਾਵ ਤੈਨੂੰ ਸੰਤੁਸ਼ਟੀ ਕਦੇ ਨਹੀਂ ਹੁੰਦੀ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ, ਪੀਏ ਹਰ ਰਸ, ਬੌੜ ਨਾ ਤ੍ਰਿਸ਼ਨਾ ਲਾਗੇ ਆਏ। ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰੂ ਮਿਲੈ ਜੇ ਸਿਆਏ। ਕਹੈ ਨਾਨਕ ਹੋਰ ਅੰਨ ਰਸ ਸਭ ਵੀਸਰੇ, ਜਾਂ ਹਰ ਵਸੈ ਮਨ ਆਏ। ਅੰਨ ਰਸ ਤੇ ਭਾਵ ਦਾ ਮਤਲਬ ਹੈ ਹੋਰ ਹੋਰ ਸਵਾਦ, ਹੋਰ ਹੋਰ ਚਸਕੇ। ਉਹਦੇ ਵਿੱਚ ਖਾਣ ਦਾ ਚਸਕਾ ਵੀ ਹੋ ਸਕਦਾ ਹੈ, ਉਹਦੇ ਵਿੱਚ ਵੱਖ-ਵੱਖ ਕਿਸਮ ਦਾ ਬੋਲਣ ਦਾ ਚਸਕਾ ਵੀ ਹੋ ਸਕਦਾ। ਜਿਹੜੀ ਚੀਜ਼ ਵਿੱਚੋਂ ਤੁਹਾਨੂੰ ਟੇਸਟ ਮਿਲਣਾ ਸ਼ੁਰੂ ਹੋ ਜਾਏ, ਜਿਹੜੀ ਚੀਜ਼ ਵਿੱਚੋਂ ਤੁਹਾਨੂੰ ਇਵੇਂ ਪ੍ਰਤੀਤ, ਭਾਵੇਂ ਉਹ ਮੰਦੀ ਗੱਲ ਹੋਵੇ, ਭੈੜੀ ਗੱਲ ਹੋਵੇ, ਨਾ ਕਰਨ ਯੋਗ ਹੋਵੇ, ਉਹ ਸਾਰੀਆਂ ਚੀਜ਼ਾਂ ਹੀ ਅੰਨ ਰਸ ਵਿੱਚ ਆ ਜਾਂਦੀਆਂ। ਤੋ ਸਤਿਗੁਰੂ ਮਹਾਰਾਜ, ਹੁਣ ਵੇਖੋ ਨਾ, ਕਈ ਵਾਰ ਬੰਦੇ ਨੂੰ ਪਤਾ ਹੁੰਦਾ ਵੀ ਸਰੀਰ ਲਓ ਨਹੀਂ ਕਰਦਾ, ਪਰ ਖਾਂਦਾ, ਜ਼ਬਾਨ ਦਾ ਸਵਾਦ ਹੈ। ਬਹੁਤੀ ਵਾਰ ਆਪਾਂ ਇਸ ਗੱਲ ਦੇ ਉੱਤੇ ਵੀ ਬਹੁਤ ਜ਼ਿਆਦਾ ਵਜ਼ਨ ਦਿੰਦੇ ਹਾਂ। ਸਰੀਰ ਲਓ ਨਹੀਂ ਕਰਦਾ, ਸਰੀਰ ਨੂੰ ਉਹ ਚੀਜ਼ ਸੂਟ ਨਹੀਂ ਕਰਦੀ, ਸਰੀਰ ਦਾ ਭਲਾ ਨਹੀਂ ਕਰ ਸਕਦੀ, ਸਾਨੂੰ ਪਤਾ ਵੀ ਹੁੰਦਾ ਵੀ ਨਹੀਂ, ਪਰ ਖਾ ਰਹੇ ਹੁੰਦੇ ਹਾਂ। ਕੋਈ ਗੱਲ ਨਹੀਂ, ਵੇਖੀ ਜਾਏਗੀ, ਗੋਲੀਆਂ ਤੋਂ ਵੱਧ ਖਾ ਲਵਾਂਗੇ, ਕੀ ਫਰਕ ਪੈਂਦਾ। ਜਾਂ ਬੰਦਾ ਕਹਿ ਦਿੰਦਾ ਮਰਨਾ ਹੀ ਆ ਉੜਕ ਨੂੰ। ਵੇਖੋ ਦਿਲਵਦੀ ਕਰਦਾ ਵੀ ਤੇ ਕਿੱਥੇ ਜਾ ਕੇ ਕਰਦਾ, ਵੀ ਜਿਵੇਂ ਬਹੁਤ ਵੱਡਾ ਪਰਉਪਕਾਰ ਦਾ ਕੰਮ ਕਰਨ ਚੱਲਿਆ ਨਾ, ਵੀ ਬੰਦਾ ਕੋਈ ਨਹੀਂ ਮਰਨਾ ਹੀ ਹੈ, ਫਿਰ ਕਿਹੜੀ ਗੱਲ ਹੈ, ਵੀ ਜ਼ਰੂਰੀ ਖਾ ਕੇ ਹੀ ਮਰਨਾ। ਦੁਨੀਆ ਦੇ ਮਹਾਨ ਲੋਕ ਇਵੇਂ ਤੇ ਸ਼ਹੀਦ ਨਹੀਂ ਨਾ ਬਣੇ, ਇਵੇਂ ਤੇ ਨਹੀਂ ਨਾ ਸਲਾਏ ਜਾਂਦੇ। ਮਤਲਬ ਅਸੀਂ ਦਲੀਲ ਵੀ ਦਿੰਦੇ ਹਾਂ, ਵੱਡੀ ਦਲੀਲ ਦਿੰਦੇ ਵੀ ਬਹੁਤ ਹੀਣੀ ਜਗ੍ਹਾ ਤੇ, ਇਸ ਤਰ੍ਹਾਂ ਵੀ ਵਾਪਰ ਜਾਂਦਾ। ਤੋ ਇਹ ਤਾਂ ਕੋਈ ਗੱਲ ਨਾ ਹੋਈ, ਇਹ ਤਾਂ ਆਤਮ ਹੱਤਿਆ ਹੈ। ਮਰਨ ਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਆਵਾਜ਼ਾਂ ਮਾਰੋ। ਤੋ ਉਹ ਜਿਹੜੀ ਚੀਜ਼ ਹੈ, ਇਹਦਾ ਮਤਲਬ ਹੈ ਵੀ ਉਹ ਚਸਕੇ ਤੋਂ ਮਜਬੂਰ ਹੈ ਬੰਦਾ, ਫਿਰ ਉਹਦੇ ਲਈ ਉਹ ਦਲੀਲ, ਉਹਦੇ ਲਈ ਉਹ ਲੌਜਿਕ ਘਟਦਾ ਹੈ। ਫਿਰ ਕੀ ਹੋ ਗਿਆ, ਕੀ ਫਰਕ ਪੈਂਦਾ ਹੈ। ਪਰ ਹੁਣ ਜੇ ਉਹ ਸੰਜਮ ਨਹੀਂ ਰੱਖ ਸਕਦਾ, ਇਹਦਾ ਮਤਲਬ ਹੈ ਵੀ ਉਹ ਬੰਦਾ ਚਸਕੇ ਤੋਂ ਮਜਬੂਰ, ਉਹਦਾ ਸਵਾਦ, ਉਹਦਾ ਟੇਸਟ ਜਿਹੜਾ ਉਹਨੂੰ ਖਿੱਚਦਾ ਹੈ ਉਸ ਪਾਸੇ ਨੂੰ, ਵੀ ਇਹਦਾ ਸਵਾਦ ਜ਼ਿਆਦਾ ਹੈ। ਪਰਹੇਜ਼ ਦੀ ਜਿਹੜੀ, ਸਰੀਰ ਦੀ ਜਿਹੜੀ ਬਾਕੀ ਪ੍ਰੋਬਲਮ ਕ੍ਰੀਏਟ ਹੋਣੀ, ਬੰਦਾ ਕਹਿੰਦਾ ਮੈਂ ਪੀੜ ਸਹਿ ਲਵਾਂਗਾ, ਦਰਦ ਸਹਿ ਲਵਾਂਗਾ, ਪ੍ਰੋਬਲਮ ਬਾਅਦ 'ਚ ਜਿਹੜੀ ਮੁਸ਼ਕਲ ਆਉਣੀ ਬਰਦਾਸ਼ਤ ਕਰ ਲਵਾਂਗਾ, ਪਰ ਹਾਲ ਦੀ ਘੜੀ ਇਹ ਸਵਾਦ ਨੂੰ, ਚਸਕੇ ਨੂੰ ਮੈਂ ਛੱਡ ਨਹੀਂ ਸਕਦਾ। ਤੋ ਇਸੇ ਤਰ੍ਹਾਂ ਹੀ ਦੂਜੀਆਂ ਚੀਜ਼ਾਂ ਨੇ। ਨਿੰਦਾ ਦੀ ਪੀੜ ਵੀ ਅਸੀਂ ਸਹਿੰਦੇ ਹਾਂ, ਮੰਦਾ ਬੋਲਣ ਦੀ ਵੀ ਬਾਅਦ ਵਿੱਚ ਅਸੀਂ ਭਰਪਾਈ ਕਰਦੇ ਹਾਂ, ਚੁਗਲੀ ਦਾ ਵੀ ਅਸੀਂ ਐਸਾ ਨਹੀਂ ਮਤ ਸਮਝਣਾ ਵੀ ਮੁੱਲ ਨਹੀਂ ਤਾਰਦੇ, ਮੁੱਲ ਤਾਰਦੇ ਹਾਂ। ਥੋੜਾ ਥੋੜਾ ਜਿਹੜਾ ਸਵੀਟ ਪੋਇਜ਼ਨ ਅਸੀਂ ਲੈ ਰਹੇ ਹਾਂ, ਇਹਦਾ ਮੁੱਲ ਅਸੀਂ ਤਾਰਦੇ ਹਾਂ ਜੀਵਨ 'ਚ, ਮਾਨਸਿਕ ਪਰੇਸ਼ਾਨੀਆਂ ਦੇ ਰੂਪ ਵਿੱਚ। ਪਰ ਉਦੋਂ ਸਾਨੂੰ ਲੱਗਦਾ ਲੈ ਕੀ ਫਰਕ ਪੈਂਦਾ। ਉਵੇਂ ਹੀ ਜਿਵੇਂ ਬੰਦਾ ਖਾ ਕੇ ਬਾਅਦ 'ਚ ਸਰੀਰ ਤੰਗ ਹੁੰਦਾ ਹੈ, ਪਰ ਉਸ ਘੜੀ ਬੰਦਾ ਆਪਣਾ ਸਵਾਦ ਪੂਰਾ ਕਰ ਲੈਂਦਾ। ਹਰ ਚੀਜ਼ ਦਾ ਅਸੀਂ ਲੇਖਾ ਦਿੰਦੇ ਹਾਂ, ਚੇਤੇ 'ਚ ਰੱਖਣਾ। ਪਰ ਚਸਕਾ ਜਿਹੜਾ ਉਹ ਸਾਨੂੰ ਉਹਦੇ ਰਿਜ਼ਲਟ ਵੱਲ ਧਿਆਨ ਨਹੀਂ ਦੇਣ ਦਿੰਦਾ। ਤੋ ਇਸ ਨੂੰ ਮਹਾਰਾਜ ਕਹਿੰਦੇ ਨੇ, ਕਿਸ ਦਾ ਅੰਨ ਰਸ ਵਿਸਰਦਾ ਹੈ, ਜਾਂ ਹਰ ਵਸੈ ਮਨ ਆਏ। ਜਦੋਂ ਤੁਹਾਡੀ ਸੁਰਤ, ਜਦੋਂ ਤੁਹਾਡੀ ਚੇਤਨਾ ਪਰਮੇਸ਼ਰ ਦੇ ਹੁਕਮ ਨਾਲ ਇੱਕ ਸੁਰ ਹੋ ਜਾਂਦੀ ਹੈ, ਤਾਂ ਤੁਹਾਨੂੰ ਉਸ ਦਾ ਹੁਕਮ ਮਿੱਠਾ ਲੱਗਦਾ ਹੈ, ਉਹਦੇ ਭਾਣੇ ਵਿੱਚ ਰਾਜ਼ੀ ਰਹਿਣਾ ਮਿੱਠਾ ਲੱਗਦਾ ਹੈ।
ਉਹਦੀ ਰਜ਼ਾ ਵਿੱਚ ਚੱਲਣਾ ਮਿੱਠਾ ਲੱਗਦਾ ਹੈ। ਤੋ ਗਰੀਬ ਨਵਾਜ਼ ਨੇ ਇੱਥੇ ਵੀ ਬਚਨ ਇਹੀ ਕਿਹਾ ਹੈ, ਜੇਬਾਂ ਨੂੰ ਮੈਂ ਰੰਗ ਲਿਆ। ਰੰਗ ਲੈਣ ਦਾ ਮਤਲਬ ਹੁੰਦਾ ਤੁਸੀਂ ਕੋਰਾ ਕੱਪੜਾ ਹੋਵੇ ਬਿਲਕੁਲ ਤੇ ਉਹਨੂੰ ਕਿਸੇ ਰੰਗ ਵਿੱਚ ਰੰਗ ਲਓ, ਤੇ ਇਹਦਾ ਮਤਲਬ ਹੁੰਦਾ ਉਸ ਕਲਰ ਦਾ ਉਹਨੇ ਪ੍ਰਭਾਵ ਕਬੂਲ ਕਰ ਲਿਆ ਉਹ ਕੱਪੜੇ। ਤੇ ਜਦੋਂ ਜ਼ਬਾਨ ਨੂੰ ਰੰਗਣ ਦੀ ਗੱਲ ਆਏਗੀ, ਸਰੀਰ ਨੂੰ ਰੰਗਣ ਦੀ ਗੱਲ ਆਏਗੀ, ਜੀਵਨ ਰੰਗਣੇ ਦਾ ਮਤਲਬ ਹੋਏਗਾ ਪ੍ਰਭਾਵ ਕਬੂਲ ਕਰ ਲੈਣਾ, ਇੰਪ੍ਰੈਸਡ ਹੋ ਜਾਣਾ। ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦਾ ਪ੍ਰਭਾਵ ਮੇਰੇ ਜੀਵਨ ਉੱਤੇ ਇੰਨਾ ਡੂੰਘਾ ਪੈ ਗਿਆ ਹੈ, ਰੰਗੀਲੇ ਜਿਹਬਾ ਹਰ ਕੈ ਨਾਏ, ਸੋ ਰੰਗ ਰੰਗੀਲੇ ਹਰ ਹਰ ਧਿਆਏ। ਕਹਿੰਦੇ ਬੜੇ ਸੋਹਣੇ ਰੰਗ ਵਿੱਚ ਰੰਗ ਲਈ ਹੈ ਇਹ ਜ਼ਬਾਨ ਹਰੀ ਪਰਮੇਸ਼ਰ ਨੂੰ ਧਿਆ ਕੇ ਉਸ ਨੂੰ ਜਪ ਕੇ, ਜਾਨੀ ਕਿ ਮੇਰੀ ਜ਼ਬਾਨ ਤੋਂ ਬੋਲ ਭਲੇ ਦਾ, ਉਹਦਾ ਓੜਕ ਨੂੰ ਰਿਜ਼ਲਟ ਭਲਾ ਹੀ ਨਿਕਲੇਗਾ। ਇਹਦਾ ਭਾਵ ਹੈ ਸਾਦੇ ਸਿੱਧੇ ਸਪਸ਼ਟ ਖਰੇ ਸੱਚੇ ਮਿੱਠੇ ਬੋਲ, ਇਹਨਾਂ ਨੂੰ ਸਤਿਗੁਰੂ ਨੇ ਕਿਹਾ ਵੀ ਸਮਝੋ ਰਸਨਾ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੀ ਗਈ। ਇਹ ਨਿਸ਼ਾਨੀ ਹੋ ਗਈ ਨਾ, ਜੋ ਰਸਨਾ ਚੋਂ ਨਿਕਲੇਗਾ ਉਹ ਭਲੀ ਭਾਵਨਾ ਚੋਂ ਨਿਕਲੇਗਾ, ਮੰਦ ਭਾਵਨਾ ਚੋਂ ਨਹੀਂ ਨਿਕਲੇਗਾ। ਮਿੱਠਾ ਸਾਦਾ ਸਿੱਧਾ ਸਪਸ਼ਟ ਭਲੇ ਵਾਲਾ ਬਚਨ ਜੋ ਕਿਸੇ ਦਾ ਭਲਾ ਕਰ ਸਕਦਾ ਉਹ ਮਿੱਠਾ ਬੋਲ। ਫਿਰ ਆਰੰਭ ਵਿੱਚ ਕਹਿੰਦੇ ਨੇ ਰੇ ਜਿਹਬਾ, ਹੇ ਮੇਰੀ ਜ਼ਬਾਨ, ਹੇ ਮੇਰੀ ਰਸਨਾ, ਹੇ ਮੇਰੀ ਜੀਭਾ, ਕਰੋ ਸਤਖੰਡ ਤੇਰੇ ਮੈਂ ਸੈਂਕੜੇ ਟੁਕੜੇ ਕਰ ਦਿਆਂ। ਖੰਡ ਦਾ ਅਰਥ ਹੁੰਦਾ ਹਿੱਸਾ। ਤੇਰੇ ਮੈਂ ਸੈਂਕੜੇ ਟੁਕੜੇ ਕਰ ਦਿਆਂ, ਜਾਮ ਨਾ ਉਚਰ ਸ਼੍ਰੀ ਗੋਬਿੰਦ। ਜਦੋਂ ਤੂੰ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਹੀਂ ਨਾ ਉਚਾਰਦੀ, ਜਦੋਂ ਉਹਨੂੰ ਅਸੈਪਟ ਨਹੀਂ ਕਰਦੀ, ਉਹਦੀ ਵਡਿਆਈ ਤੇ ਉਹਦੇ ਚਿੰਤਨ 'ਚ ਨਹੀਂ ਜੁੜਦੀ, ਜਦੋਂ ਸਾਦਗੀ ਸਿੱਧਰਾਪਨ ਭਲਾਈ ਵਾਲਾ ਬੋਲ, ਜਦੋਂ ਮਿੱਠਾ ਬੋਲ, ਇਹ ਚੀਜ਼ਾਂ ਤੈਨੂੰ ਭੁੱਲ ਜਾਂਦੀਆਂ ਨੇ, ਤਾਂ ਮੈਨੂੰ ਐਵੇਂ ਲੱਗਦਾ ਵੀ ਟੁਕੜੇ ਟੁਕੜੇ ਹੋ ਜਾਣਾ ਚਾਹੀਦਾ ਤੈਨੂੰ। ਤੂੰ ਲਾਭਕਾਰੀ ਨਹੀਂ, ਸਗੋਂ ਜੀਵਨ ਦੇ ਲਈ ਮੁਸੀਬਤ ਖੜੀ ਕਰ ਦੇ। ਜਾਮ ਨਾ ਉਚਰ ਸ੍ਰੀ ਗੋਬਿੰਦ। ਫਿਰ ਕਹਿੰਦੇ ਮਿਥਿਆ ਜਿਹਬਾ ਅਵਰੇ ਕਾਮ, ਜੇਬਾ ਜ਼ਬਾਨ ਅਵਨਾ ਹੋਰ ਕੰਮਾਂ ਵਿੱਚ, ਹੋਰ ਆਨ ਰਸ ਜਿਹਦੀ ਆਪਾਂ ਪਹਿਲੋਂ ਵਿਚਾਰ ਕੀਤੀ, ਉਹਨਾਂ ਵਿੱਚ ਲੱਗ ਕੇ ਤੂੰ ਮਿਥਿਆ ਹੈ, ਵਿਅਰਥ ਹੈ, ਕੋਈ ਲਾਭ ਨਹੀਂ ਹੁੰਦਾ ਤੇਰਾ ਬਹੁਤਾ ਜੀਵਨ ਨੂੰ। ਨਿਰਵਾਣ ਪਦ ਇੱਕ ਹਰ ਕੋ ਨਾਮ। ਨਿਰਵਾਣ ਦਾ ਮਤਲਬ ਹੈ ਵਾਸ਼ਨਾ ਤੋਂ ਮੁਕਤ, ਮੰਦੀਆਂ ਵਾਸ਼ਨਾਵਾਂ ਤੋਂ ਮੁਕਤ ਕਰਨ ਵਾਲਾ ਇੱਕ ਹਰੀ ਪਰਮੇਸ਼ਰ ਦਾ ਨਾਮ ਹੀ ਹੈ, ਜਿਸ ਦੇ ਰੰਗ ਵਿੱਚ ਰੰਗ ਕੇ, ਜਿਸ ਦਾ ਪ੍ਰਭਾਵ ਕਮੂਲਣ ਨਾਲ ਮੰਦੀ ਵਾਸ਼ਨਾ ਖਤਮ ਹੋ ਜਾਂਦੀ ਹੈ। ਫਿਰ ਫਰਮਾਉਂਦੇ ਹਨ ਅਸੰਖ ਕੋਟ ਅਨ ਪੂਜਾ ਕਰੀ। ਅਸੰਖਾਂ ਕਰੋੜਾਂ ਕਿਸਮ ਦੀ ਪੂਜਾ ਕਰਮ ਕਾਂਡ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ, ਉਹਦੇ ਹੁਕਮ, ਉਹਦੀ ਇਬਾਦਤ, ਉਹਦੇ ਗੁਣਾਂ ਤੋਂ ਸਖਣੇ ਹੋ ਕੇ, ਹੋਰ ਜਿੰਨੇ ਮਰਜੀ ਪੂਜਾ ਪ੍ਰਤਿਸ਼ਠਾ ਦੇ ਸਾਧਨ ਕਰਮ ਕਾਂਡ ਜੋ ਮਰਜੀ ਕਰੀ ਜਾਏ ਬੰਦਾ, ਇੱਕ ਨਹੀਂ ਦੋ ਨਹੀਂ ਅਸੰਖਾਂ ਕਰੋੜਾਂ ਕਰੀ ਜਾਏ। ਫਰਮਾਉਂਦੇ ਨੇ ਏਕ ਨਾ ਪੂਜਸ ਨਾਮੈ ਹਰੀ। ਉਹਨਾਂ ਸਾਰੇ ਕਰਮ ਕਾਂਡਾਂ ਤੇ ਉਹਨਾਂ ਸਾਰੇ ਕਰਮਾਂ ਦੇ ਵਿੱਚੋਂ ਅਨ ਪੂਜਾ ਦਾ ਮਤਲਬ ਹੈ ਪਰਮੇਸ਼ਰ ਤੋਂ ਬਿਨਾਂ ਦੂਈ ਦਵੈਤ ਵਿੱਚ ਤਥਾ ਕਥਿਤ ਹੋਰ ਸ਼ਕਤੀਆਂ ਦੀ, ਭਗਵਾਨਾਂ ਦੀ ਪੂਜਾ ਵੀ ਕਹਿ ਲਓ। ਇਹਨਾਂ ਚੋਂ ਏਕ ਨਾ ਪੂਜਸ ਨਾਮੈ ਹਰੀ, ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਤੋਲੇ ਇਹਨਾਂ ਚੋਂ ਇੱਕ ਵੀ ਅਸਰਦਾਇਕ ਨਹੀਂ, ਜੀਵਨ ਦਾ ਭਲਾ ਕਰਨ ਵਾਲੀ ਨਹੀਂ, ਮਨੁੱਖਤਾ ਦਾ ਭਲਾ ਕਰਨ ਵਾਲੀ ਨਹੀਂ। ਫਿਰ ਫਰਮਾਉਂਦੇ ਨੇ ਪ੍ਰਣਵੈ ਨਾਮ ਦਿਓ ਇਹੋ ਕਰਨਾ। ਨਾਮਦੇਵ ਆਖਦੇ ਹਨ ਸਾਨੂੰ ਇਹ ਕੰਮ ਕਰਨਾ ਚਾਹੀਦਾ। ਉੱਤਮ ਕਾਰਜ ਕੀ ਹੈ, ਉੱਤਮ ਕਰਮ ਕੀ ਹੈ? ਅਨੰਤ ਰੂਪ ਤੇਰੇ ਨਾਰਾਇਣ। ਇਹ ਸਲਾਹੁਣਾ ਪਰਮੇਸ਼ਰ ਨੂੰ, ਇਹ ਮੇਰੇ ਨਾਰਾਇਣ ਪਰਮੇਸ਼ਰ ਭਗਵਾਨ, ਹੇ ਅਕਾਲ ਪੁਰਖ ਜੀਓ, ਤੂੰ ਅਨੰਤ ਰੂਪ ਵਿੱਚ, ਭਾਵ ਅਨੰਤ ਕਿਸਮ ਦੀ, ਜਿਸ ਦਾ ਕੋਈ ਅੰਤ ਨਹੀਂ ਹੈ, ਆਪਣੀ ਇਸ ਰਚਨਾ ਵਿੱਚ, ਆਪਣੀ ਇਸ ਸਿਰਜਣਾ ਵਿੱਚ, ਆਪਣੀ ਇਸ ਕੁਦਰਤ ਵਿੱਚ ਤੂੰ ਵਿਦਮਾਨ ਹੈ ਤੇ ਇਹ ਸਰਬ ਸੰਸਾਰ ਦੇ ਵਿੱਚ ਤੂੰ ਵਿਆਪਕ ਹੋ ਕੇ ਇਸ ਜਗਤ ਰਚਨਾ ਨੂੰ ਚਲਾ ਰਿਹਾ ਹੈ। ਹਜ਼ੂਰ ਮਿਹਰ ਕਰਨ, ਸਤਿਗੁਰਾਂ ਦਾ ਉਪਦੇਸ਼ ਸਾਡੇ ਮਨ ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।